ਇੰਪੋਰਟੈਂਸ ਆਫ ਪੀਐਚ ਇਨ ਆਵਰ ਡੇਲੀ ਲਾਈਫ। ਕਹਿੰਦੇ ਪੀਐਚ ਦੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੀ ਇੰਪੋਰਟੈਂਸ ਆ, ਦੇਖੋ ਬੱਚੇ। ਔਰ ਪਲਾਂਟਸ ਐਂਡ ਐਨੀਮਲਸ ਪੀਐਚ ਸੈਂਸਿਟਿਵ। ਕਹਿੰਦੇ ਜਿੰਨੇ ਪਲਾਂਟਸ ਅਤੇ ਐਨੀਮਲ ਨੇ ਸਭ ਦੇ ਵਿੱਚ ਪੀਐਚ ਸੈਂਸਿਟਿਵ ਆ। ਆਵਰ ਬੋਡੀ ਵਰਕਸ ਵਿਦਿਨ ਦਾ ਪੀਐਚ ਰੇਂਜ 0.70 to 7.8। ਮਤਲਬ ਆਪਣੀ ਬੋਡੀ ਦੀ ਰੇਂਜ ਸਿਰਫ ਇੰਨੇ ਦੇ ਵਿੱਚ ਹੀ ਹੁੰਦੀ ਹੈ। ਇਸ ਤੋਂ ਵੱਧ ਵੀ ਹੁੰਦੀ ਹੈ ਜਾਂ ਘੱਟ ਤੋਂ ਵੀ ਹੁੰਦੀ ਆ ਤਾਂ ਆਪਣੀ ਬੋਡੀ ਨਾ ਕਿਸੇ ਡਿਸੀਜ਼ 'ਚੋਂ ਸਫਰ ਕਰਦੀ ਆ। ਲਿਵਿੰਗ ਆਰਗੈਨਿਜ਼ਮ ਕੈਨ ਸਰਵਾਈਵ ਓਨਲੀ ਇਨ ਨੈਰੋ ਰੇਂਜ ਆਫ ਪੀਐਚ ਚੇਂਜ। ਕਹਿੰਦੇ ਜਿਹੜੇ ਆਪਣੇ ਜਿਉਂਦੇ ਲੋਕ ਨੇ ਕਹਿੰਦੇ ਸਿਰਫ ਉਹਨਾਂ ਦੀ ਰੇਂਜ ਇਹਨਾਂ ਵਿੱਚ ਹੀ ਬਹੁਤ ਘੱਟ ਰੇਂਜ ਵਿੱਚ ਲਾਈ ਕਰਦੀ ਆ। ਵੈਨ pH of rain was less than 5.6 then it is called acid rain। ਕਹਿੰਦੇ ਜਿਹੜੀ ਵਰਖਾ ਹੁੰਦੀ ਕਹਿੰਦੇ ਜੇ ਉਹਦੀ ਰੇਂਜ ਕਹਿੰਦੇ 5.6 ਤੋਂ ਥੱਲੇ ਚੱਲ ਜਾਂਦੀ ਤਾਂ ਆਪਾਂ ਉਹਨੂੰ ਐਸਿਡ ਰੇਨ ਦਾ ਨਾਮ ਦਿੰਦੇ ਹਾਂ। ਵੈਨ ਐਸਿਡ ਰੇਨ ਫਲੋਸ ਇਨਟੂ ਦ ਰਿਵਰ ਲੋਅਰਸ ਦੀ pH ਆਫ ਦੀ ਰਿਵਰ ਵਾਟਰ। ਕਹਿੰਦੇ ਜਦੋਂ ਇਹ ਐਸਿਡ ਰੇਨ ਨਦੀਆਂ ਵਿੱਚ ਜਾਂਦੀ ਹੈ ਤਾਂ ਉੱਥੇ ਕੀ ਉਹਦੀ pH ਹੋਰ ਵੀ ਲੋ ਕਰ ਦਿੰਦੀ ਆ। ਕਹਿੰਦੇ ਦ ਸਰਵਾਈਵਲ ਆਫ ਐਕੁਐਟਿਕ ਲਾਈਫ ਇਨ ਸਚ ਰਿਵਰਸ ਬਿਕਮ ਡਿਫੀਕਲਟ। ਕਹਿੰਦੇ ਫਿਰ ਕੀ ਹੁੰਦਾ ਕਿ ਜਿਹੜੇ ਉੱਥੇ ਦੇ ਜੀਵ ਜੰਤੂ ਹੁੰਦੇ ਨੇ ਮਤਲਬ ਬੱਚੇ ਉਹਦੇ ਆਪਾਂ ਕਿਹਾ ਸੀਗਾ ਜਿਹੜੇ ਨੀਚੇ ਜਿਵੇਂ ਨੀਚੇ ਜਾਵਾਂਗੇ ਤਾਂ ਮਤਲਬ ਐਸਿਡ ਕੀ ਵੱਧਦਾ ਜਾਊਗਾ। ਮਤਲਬ ਹੁਣ 5.6 ਤੋਂ ਵੀ ਨੀਚੇ ਚੱਲ ਗਏ ਤਾਂ ਉਹ ਚੀਜ਼ ਕੀ ਆ ਉਹਦੇ ਵਿੱਚ ਕੀ ਹੈ ਐਸਿਡ ਦੀ ਮਾਤਰਾ ਜ਼ਿਆਦਾ ਹੋ ਜੂਗੀ ਜਿਹਦੇ ਕਰਕੇ ਕੀ ਆ ਐਕੁਐਟਿਕ ਲਾਈਫ ਕੀ ਆ ਸਫਰ ਕਰੂਗੀ। ਠੀਕ ਹੈ ਨੈਕਸਟ ਬੱਚੇ ਦੇਖੋ ਨੈਕਸਟ ਦੇਖੋ ਵਾਟ ਇਜ਼ ਦ pH of the soil in your backyard। ਕਹਿੰਦੇ ਦੇਖੋ ਪਲਾਂਟਸ ਰਿਕੁਆਇਰ ਆ ਸਪੈਸੀਫਿਕ pH ਰੇਂਜ ਫਾਰ ਹੈਲਥੀ ਗਰੋਥ। ਕਹਿੰਦੇ ਪੌਦਿਆਂ ਨੂੰ ਵੀ ਇੱਕ ਫਿਕਸ ਮਤਲਬ ਦਿੱਤੀ ਹੁੰਦੀ ਹੈ pH ਜੋ ਕਿ ਉਹਨਾਂ ਦੀ ਗਰੋਥ ਲਈ ਜ਼ਰੂਰੀ ਆ। To find out the pH required for the healthy growth of plant, we collect the soil from the various places and check the pH in the manner described below। ठीक है ਇਹਦੇ ਲਈ ਆਪਾਂ ਇੱਕ ਐਕਟੀਵਿਟੀ ਪੜ੍ਹਦੇ ਹਾਂ। ਦੇਖੋ ਬੱਚੇ put about 2 gram of soil in the test tube and 5 ml of water to it। ठीक है ਬੱਚੇ ਇੱਕ ਲੈ ਲਾਂਗੇ ਟੈਸਟ ਟਿਊਬ ਦੇ ਵਿੱਚ 2 ਗ੍ਰਾਮ ਮਿੱਟੀ 5 ml ਪਾਣੀ ਪਾ ਦਾਂਗੇ। ਸ਼ੇਕ ਦਾ ਕੰਟੈਂਟ ਆਫ ਦ ਟੈਸਟ ਟਿਊਬ ਉਹਨੂੰ ਹਿਲਾ ਲਾਂਗੇ। ਫਿਲਟਰ ਦਾ ਕੰਟੈਂਟ ਨੂੰ ਕਲੈਕਟ ਦਾ ਫਿਲਟਰ ਇਨ ਟੈਸਟ ਟਿਊਬ। ਕਹਿੰਦੇ ਕੰਟੈਕਟ ਫਿਲਟਰ ਕਰਕੇ ਜਿਹੜਾ ਨੀਚੇ ਬਚ ਜੂਗਾ ਹੈ ਨਾ ਫਿਲਟਰ ਕਰਨ ਤੋਂ ਜਿਹੜਾ ਨੀਚੇ ਰਹਿ ਜਾਂਦਾ ਕਹਿੰਦੇ ਉਹ ਵਾਲੀ ਚੀਜ਼ ਨੂੰ ਆਪਾਂ ਇੱਕ ਟੈਸਟ ਟਿਊਬ ਦੇ ਵਿੱਚ ਪਾਵਾਂਗੇ। ਚੈੱਕ ਦਾ pH ਫਿਲਟਰ ਵਿਦ ਦੀ ਹੈਲਪ ਆਫ ਯੂਨੀਵਰਸਲ ਇੰਡੀਕੇਟਰ। ਕਹਿੰਦੇ ਫਿਰ ਆਪਾਂ ਯੂਨੀਵਰਸਲ ਇੰਡੀਕੇਟਰ ਦੇ ਨਾਲ ਹੀ ਕੀ ਕਰਾਂਗੇ ਉਹਦੀ pH ਚੈੱਕ ਕਰਾਂਗੇ। ਕਹਿੰਦੇ ਤੁਸੀਂ ਕੀ ਓਬਜ਼ਰਵ ਕਰੋਗੇ ਕਹਿੰਦੇ ਜਿਹੜੀ ਵੇਰੀਏਸ਼ਨ ਹੋਊਗੀ ਜਿਹੜੀ ਆਪਣੀ ਵੇਰੀਏਸ਼ਨ ਹੋਊਗੀ ਜਿਵੇਂ ਆਪਾਂ ਕਿਹਾ ਸੀ ਆਪਣੀ ਲਿਵਿੰਗ ਆਰਗੈਨਿਜ਼ਮ ਦੀ ਕਿੰਨੀ ਆ 7.0 to 7.8। ਕਹਿੰਦੇ ਦੇਖਾਂਗੇ ਕਿ ਤਾਂ ਉਹਦੀ ਵੇਰੀਏਸ਼ਨ ਵੀ ਕੀ ਹੋਊਗੀ ਬਹੁਤ ਘੱਟ ਹੋਊਗੀ ਮਤਲਬ 7.0 to 7.8 ਹੋ ਮਿੱਟੀ ਦੀ ਵੀ ਜਿਵੇਂ ਕਿ ਆਪਣੀ ਲਿਵਿੰਗ ਆਰਗੈਨਿਜ਼ਮ ਦੀ। ਹਾਂਜੀ ਬੱਚੇ ਹੁਣ ਆਪਾਂ ਪਹਿਲਾਂ ਤਾਂ ਪੜ੍ਹਿਆ ਸੀਗਾ ਆਪਣੇ ਆਪਣੇ ਪੌਦਿਆਂ ਦੇ ਵਿੱਚ ਜਾਂ ਐਨੀਮਲ ਲਾਈਫ ਦੇ ਵਿੱਚ ਤਾਂ ਕੀ ਆ। ਹੁਣ ਆਪਾਂ ਦੇਖਣਾ ਹੈ ਕਿ pH ਦਾ ਆਪਣੇ ਡਾਈਜੈਸਟਿਵ ਸਿਸਟਮ ਵਿੱਚ ਕੀ ਰੋਲ ਆ। ਠੀਕ ਹੈ ਬੱਚੇ ਦੇਖੋ ਨੈਕਸਟ ਦੇਖੋ ਇਜ਼ ਵੈਰੀ ਇੰਟਰਸਟਿੰਗ ਟੂ ਨੋਟ ਡੈਟ ਆਵਰ ਸਟਮਕ ਪ੍ਰੋਡਿਊਸ ਹਾਈਡਰੋਕਲੋਰਿਕ ਐਸਿਡ। ਕਹਿੰਦੇ ਬਹੁਤ ਮਤਲਬ ਇੱਕ ਵਧੀਆ ਗੱਲ ਆ ਮਤਲਬ ਹੈਰਾਨੀਜਨਕ ਜਿਹੀ ਗੱਲ ਆ ਕਿ ਜਦੋਂ ਆਪਣੇ ਅੰਦਰ ਖਾਣਾ ਬਣਦਾ ਤਾਂ ਆਪਣੇ ਅੰਦਰ ਜੋ ਖਾਣਾ ਬਣਦਾ ਉਸ ਟਾਈਮ ਆਪਣੇ ਕੋਲ HCl ਵੀ ਕੀ ਆ ਪ੍ਰੋਡਿਊਸ ਹੁੰਦਾ। ਇਟ ਹੈਲਪ ਇਨ ਦਾ ਡਾਈਜੈਸ਼ਨ ਆਫ ਫੂਡ ਵਿਦਆਊਟ ਹਾਰਮਿੰਗ ਦਾ ਸਟਮਕ। ਕਹਿੰਦੇ ਜਦੋਂ ਇਹ ਪ੍ਰੋਡਿਊਸ ਹੁੰਦਾ ਕਹਿੰਦੇ ਉਹਦੀ ਹੈਲਪ ਨਾਲ ਕੀ ਆਪਣਾ ਖਾਣਾ ਕੀ ਹੈ ਹਜ਼ਮ ਹੁੰਦਾ ਗਾ। ਡਿਊਰਿੰਗ ਦੀ ਇੰਡਾਈਜੇਸ਼ਨ ਦਾ ਸਟਮਕ ਪ੍ਰੋਡਿਊਸ ਦਾ ਟੂ ਮੱਚ ਐਸਿਡ। ਕਹਿੰਦੇ ਜਦੋਂ ਆਪਣਾ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤਾਂ ਆਪਣੇ ਕੀ ਕੁਝ ਜ਼ਿਆਦਾ ਹੀ HCl ਪ੍ਰੋਡਿਊਸ ਹੋ ਜਾਂਦਾ ਜਿਹਦੇ ਕਰਕੇ ਆਪਾਂ ਨੂੰ ਕੀ ਦਰਦ ਹੁੰਦਾ ਅਤੇ ਇਰੀਟੇਸ਼ਨ ਹੋਣ ਲੱਗ ਜਾਂਦੀ ਆ। ਕਹਿੰਦੇ ਫਿਰ ਲੋਕ ਇਸ ਤੋਂ ਬਚਾਉਣ ਲਈ ਬੇਸਿਸ ਲੈਂਦੇ ਨੇ ਜਿਹਨੂੰ ਆਪਾਂ ਐਂਟੈਸਿਡ ਦਾ ਨਾਮ ਦਿੱਤਾ। ਠੀਕ ਹੈ ਤਾਂ ਫਿਰ ਕੀ ਹੁੰਦਾ ਗਾ ਜੋ ਕਿ ਆਪਾਂ ਐਂਟੈਸਿਡ ਕਿਹਾ ਸੀਗਾ ਐਸਿਡ ਨੂੰ ਨਿਊਟਰਲਾਈਜ਼ ਕਰਨ ਲਈ ਆਪਣੇ ਤਾਂ ਬੇਸ ਲੈਣੇ ਜਾਂ ਐਂਟੈਸਿਡ ਜੋ ਆਪਾਂ ਸਟਾਰਟਿੰਗ ਵਿੱਚ ਪੜ੍ਹਿਆ। ਠੀਕ ਹੈ ਦੀਜ਼ ਐਂਟੈਸਿਡ ਨਿਊਟਰਲਾਈਜ਼ ਦਾ ਐਕਸੈਸ ਐਸਿਡ। ਠੀਕ ਹੈ ਬੱਚੇ ਮੈਗਨੀਸ਼ੀਅਮ ਹਾਈਡਰੋਕਸਾਈਡ ਅ ਮਿਲਡ ਬੇਸ ਇਜ਼ ਆਫਟਨ ਯੂਜ਼ ਫॉर ਦਿਸ ਪਰਪਸ। ਕਹਿੰਦੇ ਮੈਗਨੀਸ਼ੀਅਮ ਹਾਈਡਰੋਕਸਾਈਡ ਵਗੈਰਾ ਆਪਾਂ ਇਸ ਲਈ ਕੀ ਯੂਜ਼ ਕਰ ਸਕਦੇ ਹਾਂ। ਠੀਕ ਹੈ ਹਾਂਜੀ ਬੱਚੇ ਨੈਕਸਟ ਦੇਖੋ ਦਾ pH ਚੇਂਜ ਐਜ਼ ਅ ਕਾਜ਼ ਆਫ ਟੂਥ ਡਿਕੇ। ਕਹਿੰਦੇ ਆਪਣੇ ਦੰਦਾਂ ਦਾ ਖਰਾਬ ਵਗੈਰਾ ਹੋਣ ਉਹਦੇ ਵਿੱਚ pH ਦੀ ਕੀ ਇੰਪੋਰਟੈਂਸ ਹੈ। ਠੀਕ ਹੈ ਕਿੱਦਾਂ ਉਹ ਚੀਜ਼ ਅਫੈਕਟ ਕਰਦੀ ਆਪਣੇ ਦੰਦਾਂ ਨੂੰ। ਹਾਂਜੀ ਬੱਚੇ ਦੇਖੋ ਟੂਥ ਡਿਕੇ ਸਟਾਰਟ ਵੈਨ ਦਾ pH ਆਫ ਮਾਊਥ ਇਜ਼ ਲੋਅਰ ਦੈਨ 5.5। ਕਹਿੰਦੇ ਆਪਣੇ ਦੰਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਦੰਦਾਂ ਨੂੰ ਕੀੜਾ ਵਗੈਰਾ ਉਦੋਂ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਆਪਣੀ pH ਕੀ ਆ 5.5 ਤੋਂ ਥੱਲੇ ਚੱਲ ਜਾਂਦੀ। ਜਿਵੇਂ ਕਿ ਤੁਹਾਨੂੰ ਦੱਸਿਆ ਬੱਚੇ ਐਸਿਡਿਕ ਕਦੋਂ ਹੋਊਗਾ ਜਦੋਂ 7 ਤੋਂ ਨੀਚੇ ਜਾਣਾ ਸ਼ੁਰੂ ਹੋ ਜੂ। 0 ਤੇ ਸਭ ਤੋਂ ਵੱਧ ਐਸਿਡਿਕ ਹੁੰਦਾ ਬੇਸਿਸ ਦੇ ਵਿੱਚ। ਜਦੋਂ 7 ਤੋਂ ਉੱਪਰ ਜਾਣਾ ਜਿਵੇਂ ਸ਼ੁਰੂ ਹੋਊਗਾ ਤਾਂ ਉਹ ਜਾਂਦਾ ਬੇਸਿਕ ਨੇਚਰ ਦੇ ਵਿੱਚ। ਠੀਕ ਹੈ ਇਨੈਮਲ ਮੇਡ ਅਪ ਆਫ ਦਾ ਟੂ ਇਨੈਮਲ
मतलब बच्चे ये एक हुंदा गा मतलब काफ़ी स्ट्रॉन्ग हुंदा अपनी दंद के उपरली सरफेस ते हुंदा गा। ये कितों मिल के बनया हुंदा गा। कैल्शियम हाइड्रोक्सीपेटाइट इज़ द हार्डेस्ट सब्सटेंस इन आवर बॉडी, ठीक है। इट डज नॉट डिजॉल्व इन वाटर बट इट इज़ क्लोराइडेड वैन pH इन द माउथ इज़ बिलो द 5.5। कहते अपने दंद के उपर एक लेयर हुंदी हैगी जिन्होंने आप कितों मिल के बनी हुंदी हैगी, कैल्शियम हाइड्रोक्सीपेटाइट तो मिल के बनी हुंदी, जो कि अपने शरीर का सब तो सख्त हिस्सा हुंदा। कहते पानी वगैरह च डिजॉल्व नहीं हुंदा, पर जो अपने दंदां दी pH 5.5 तो नीचे जान लगदी तो उदों की आ ये की भुरना शुरू हो जाता, ठीक है। बैक्टीरिया प्रेजेंट इन द माउथ प्रोड्यूस एसिड बाय डिग्रेडेशन ऑफ शुगर एंड फूड पार्टिकल्स रिमेनिंग इन द माउथ आफ्टर ईटिंग। कहते की हुंदा, कहते कई बार आप चंगी तरह कुरली नहीं कर पाते, आप मिठा वगैरह ज़्यादा खाने उहदे करके कि अपने मूँह दे विच की एसिड बनना शुरू हो जाता, जिहदे करके कि प्रॉब्लम आती है। The best way to prevent this is to clean the mouth after eating food and using the toothpaste, which are generally basic for cleaning the teeth, can neutralize the excess of acid and prevent tooth decay। कहते द बेस्ट वे की है कि खाना खाते तो कुरली वगैरह करनी चाहिए, तो आपको वो पेस्ट यूज़ करने चाहिए ने कि जो कि बेसिक हो मोस्टली इन नेचर, ठीक है बच्चे। तो इसनों इदां ही अपने दंदां नूं खराब होने तो बचा सकते हैं। सेल्फ डिफेंस बाय एनिमल्स एंड प्लांट्स थ्रू द कैमिकल वेलफेयर। हैव यू एवर बीन स्टन बाय द हनी बी। कहते तुहानूं कदे मधुमक्खी ने कट्टिया गा, कहते बी स्टिंग लीव्स ऑन द एसिड विच कॉज पेन एंड इरीटेशन। कहते जो अपने डंग मारती आ अपनी बॉडी ते की एसिड छड्ड जाती है, जिहदे करके आपां नूं कि इरीटेशन या दर्द वगैरह हुंदा गा। यूज़ अ मिल्ड बेस लाइक बेकिंग सोडा। कहते फिर आपां नूं उस थां दे उपर कहते बेकिंग सोडा की मसलना चाहिए गा, जिहदे करके की जिहड़ा डंग मारिया हुंदा कंडा बाहर निकल जाता, तो आपां नूं की उस भैड़े पेन तो की राहत मिल जाती है।